ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਦੇ ਵਿੱਚ ਧਾਲੀਵਾਲ ਕਲਾਸਿਸ ਦੇ ਵਿੱਚ। ਜੋ ਅੱਜ ਦੀ ਕਲਾਸ ਹੈਗੀ ਹੈ ਜੀ ਨੈਟ UGC ਦੇ ਨਾਲ ਸੰਬੰਧਿਤ ਹੈ। ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਪ੍ਰਵਾਸ ਦੇ ਕਾਰਨ ਕਿਹੜੇ ਕਿਹੜੇ ਨੇ ਜੀ, ਤੱਤ ਜਿਨ੍ਹਾਂ ਨੂੰ ਤੱਤ ਵੀ ਕਿਹਾ ਜਾਂਦਾ ਹੈਗਾ, ਕਿਹੜੇ ਕਿਹੜੇ ਤੱਤ ਨੇ ਜੀ ਉਹਨਾਂ ਦਾ ਜ਼ਿਕਰ ਕਰਾਂਗੇ ਜੋ ਪ੍ਰਵਾਸ ਦੇ ਲਈ ਕਾਰਨ ਬਣਦੇ ਨੇ। ਅੱਜ ਆਪਣੀ ਕਲਾਸ ਦੇ ਵਿੱਚ ਮੁੱਖ ਵਿਸ਼ਾ ਰਹੇਗਾ ਜੀ ਪ੍ਰਵਾਸ ਦੇ ਜੋ ਕਾਰਨ ਨੇ, ਠੀਕ ਹੈ ਜੀ, ਜੋ ਤੱਤ ਨੇ ਉਹਨਾਂ ਦੀ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਪ੍ਰਵਾਸ ਜਿਹਨੂੰ ਆਪਾਂ ਇਮੀਗ੍ਰੇਸ਼ਨ ਕਹਿੰਦੇ ਹਾਂ ਜੀ, ਉਹਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਿਹੜੇ ਕਾਰਕ ਤੱਤ ਕਾਰਨ ਨੇ ਉਹਨਾਂ ਦੀ ਗੱਲ ਕਰਾਂਗੇ ਜੀ। ਇੱਕ ਧੱਕੋ ਅਤੇ ਖਿੱਚੋ ਦੋ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ ਹੈਗਾ। ਕਿਹੜੇ ਕਿਹੜੇ ਸ਼੍ਰੇਣੀ ਦੇ ਆਧਾਰ 'ਤੇ ਆਪਾਂ ਵੰਡ ਕਰਦੇ ਹਾਂ ਜੀ। ਇੱਕ ਵਿਅਕਤੀ ਉਹ ਹੈ ਜੋ ਆਪਣੀ ਜੱਦੀ ਕੌਮ ਤੋਂ ਬਾਹਰ ਧੱਕਣ ਦੇ ਕਾਰਨ ਬਣਦਾ ਗਾ, ਭਾਵ ਕਿ ਬਹੁਤ ਸਾਰੀਆਂ ਕੌਮਾਂ ਇਸ ਤਰ੍ਹਾਂ ਦੀਆਂ ਨੇ ਉਹ ਰੁਜ਼ਗਾਰ ਦੇ ਲਈ ਜਦੋਜਹਿਦ ਹੋ ਰਹੀਆਂ ਨੇ, ਤਾਂ ਉਹ ਆਪਣੇ ਕਹਿ ਦਿੰਦੀਆਂ ਕਿ ਆਪਣੇ ਬੱਚਿਆਂ ਨੂੰ ਕਿ ਤੁਸੀਂ ਜਾ ਕੇ ਅੱਗੇ ਜਾ ਕੇ ਪ੍ਰਵਾਸ ਕਰੋ ਅਤੇ ਆਪਦਾ ਜੀਵਨ ਨੂੰ ਸੁਖਾਲਾ ਕਰੋ। ਅਤੇ ਕਿਹੜੀ ਚੀਜ਼ ਤੁਹਾਨੂੰ ਕਿਸੇ ਹੋਰ ਮੰਜ਼ਿਲ ਦੇ ਵੱਲ ਆਕਰਸ਼ਿਤ ਕਰਦੀ ਹੈ ਜੀ। ਇੱਕ ਪ੍ਰਵਾਸ ਇਸ ਚੀਜ਼ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈਗਾ। ਆਪਣਾ ਜੋ ਪ੍ਰਵਾਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਨੇ। ਕਿਸ ਚੀਜ਼ ਤੋਂ ਜੀ? ਚੀਜ਼ਾਂ ਨੂੰ ਦੇਖ ਕੇ ਆਪਦੀ ਮੰਜ਼ਿਲ ਹੈ ਕਿ ਲੋਕਾਂ ਨੂੰ ਲੱਗਦਾ ਕਿ ਇੱਥੇ ਸ਼ਾਇਦ ਸਾਡਾ ਫਿਊਚਰ ਨਹੀਂ ਹੈ, ਭਵਿੱਖ ਨਹੀਂ ਹੈ, ਤਾਂ ਉਹਨਾਂ ਦੇ ਮਨ ਦੇ ਵਿੱਚ ਪ੍ਰਵਾਸ ਦਾ ਜੋ ਖਿਆਲ ਆਉਂਦਾ, ਜਿਸ ਦੇ ਕਰਕੇ ਉਹ ਪ੍ਰਵਾਸ ਵੱਖ-ਵੱਖ ਦੇਸ਼ਾਂ ਦੇ ਵਿੱਚ ਕਰਦੇ ਆ। ਪ੍ਰਵਾਸ ਦੇ ਬਾਰੇ ਜੋ ਧਾਰਨਾ ਮੌਜੂਦ ਹੈ ਜੀ, ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ, ਉਸ ਦੀ ਗੱਲ ਕਰ ਰਹੇ ਹਾਂ ਆਪਾਂ ਕਿ ਇੱਕ ਵਿਅਕਤੀ ਦੇ ਆਪਣੇ ਦੇਸ਼ ਦੇ ਵਿੱਚ ਮੌਜੂਦ ਨਕਾਰਾਤਮਕ ਕਹਿ ਲਈਏ ਜੀ, ਨੈਗੇਟਿਵ ਜੋ ਸਥਿਤੀਆਂ ਨੇ ਜੀ, ਉਸ ਦੀ ਗੱਲ ਕਰ ਰਹੇ ਹਾਂ। ਉਹਨਾਂ ਤੋਂ ਬਚਣ ਦੀ ਇੱਛਾ ਦੇ ਆਧਾਰ 'ਤੇ ਬਣਦੀ ਹੈ ਇਹ ਪ੍ਰਵਾਸ ਦੀ ਕਾਰਨ ਕਿ ਬਹੁਤ ਸਾਰੀਆਂ ਚੀਜ਼ਾਂ ਨੈਗੇਟਿਵ ਚੱਲ ਰਹੀਆਂ ਨੇ ਜੀ। ਇਹ ਸਥਿਤੀਆਂ ਜੋ ਉਸ ਨੂੰ ਪ੍ਰਵਾਸ ਕਰਨ ਦੇ ਲਈ ਮਜਬੂਰ ਕਰਦੀਆਂ ਨੇ, ਅਤੇ ਇਹ ਇੱਕ ਨਾਗਰਿਕ ਦੇ ਵਜੋਂ ਆਪਣੇ ਜੀਵਨ ਦੇ ਵਿਕਾਸ, ਜੀਵਨ ਦੀ ਜਿਹੜੀ ਹੈਗੀ ਆ ਗੁਣਵੱਤਾ, ਭਾਵ ਉਹਦੇ ਜੋ ਗੁਣ ਨੇ ਉਸ ਨੂੰ ਜਿਹੜਾ ਪ੍ਰਭਾਵਿਤ ਕਰਦੀਆਂ ਨੇ ਇਹ ਚੀਜ਼ਾਂ ਸਾਰੀਆਂ, ਜਿਸ ਦੇ ਕਰਕੇ ਉਹ ਪ੍ਰਵਾਸ ਕਰਨ ਦੇ ਲਈ ਮਜਬੂਰ ਹੁੰਦਾ ਗਾ। ਤਾਂ ਆਪਾਂ ਗੱਲ ਕਰਦੇ ਹਾਂ ਜੀ ਦੇਸ਼ ਨੂੰ ਛੱਡ ਕੇ ਜਾਣ ਦੇ ਕਾਰਨ ਕੀ ਨੇ ਜੀ, ਤੱਤ ਕਿਹੜੇ ਨੇ, ਕਿਹੜੇ ਕਿਹੜੇ ਤੱਤ ਕਾਰਨ ਬਣਦੇ ਨੇ ਉਸ ਦਾ ਪ੍ਰਵਾਸ ਕਰਨ ਦੇ ਲਈ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਸਭ ਤੋਂ ਧੁਰਾ ਕੀ ਹੈਗਾ ਜੀ? ਆਰਥਿਕਤਾ। ਆਰਥਿਕਤਾ ਰੀੜ੍ਹ ਦੀ ਹੱਡੀ ਹੈ ਜੀ ਪ੍ਰਵਾਸ ਕਰਨ ਦੇ ਲਈ, ਕਿ ਆਪਾਂ ਦੇਖਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਜੋ ਹੈਗੇ ਨੇ ਜੀ ਰੁਜ਼ਗਾਰ, ਠੀਕ ਹੈ, ਉਹ ਘੱਟ ਨੇ ਜੀ। ਮੌਕੇ ਕਹਿ ਲਈਏ ਆਪਾਂ ਗੱਲ ਕਰੀਏ ਜੀ, ਭਾਵ ਆਮਦਨ ਦੇ ਸਾਧਨ ਘੱਟ ਨੇ। ਲੋਕਾਂ ਦੀ ਜੋ ਪੂੰਜੀ ਹੈ, ਜਮ੍ਹਾਂ ਪੂੰਜੀ ਕਿਸੇ ਬਿਜ਼ਨਸ ਨੂੰ ਚਲਾਉਣ ਦੇ ਲਈ, ਉਹ ਬਹੁਤ ਘੱਟ ਹੈ। ਜਾਂ ਆਪਾਂ ਕਰੀਏ ਜੀ ਆਪਣਾ ਦੇਸ਼ ਇੱਕ ਵਿਕਾਸਸ਼ੀਲ ਹੈ, ਤਾਂ ਇਹਦੀ ਆਰਥਿਕਤਾ ਦੀ ਹਾਲਤ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ ਕਾਫੀ ਡਾਵਾਂਡੋਲ ਹੈ। ਜ਼ਿਆਦਾਤਰ ਲੋਕ ਇੱਥੋਂ ਦੇ ਗਰੀਬ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਗਾ ਕਿ ਖੇਤੀ ਕਰਨ ਵਾਲੇ ਇਨਸਾਨ ਨੇ। ਇਸੇ ਕਰਕੇ ਉਹਨਾਂ ਦੀ ਇੱਕੋ ਇੱਕ ਗੱਲ ਹੁੰਦੀ ਹੈ ਆਰਥਿਕਤਾ ਦੇ ਆਧਾਰ 'ਤੇ ਕਿ ਉਹ ਹੋਰ ਕਿਸੇ ਦੇਸ਼ ਵਿੱਚ ਜਾਣਗੇ ਤਾਂ ਉੱਥੇ ਉਹਨਾਂ ਦੀ ਜਿਹੜੀ ਇਹ ਆਰਥਿਕ ਸਥਿਤੀ ਹੈ ਇਹ ਬਦਲ ਸਕਦੀ ਹੈ। ਕੰਮ ਕਰਨਗੇ ਜੀ ਅਤੇ ਬਦਲਿਆ ਵੀ ਹੈ। ਪੁਰਾਣੇ ਸਮੇਂ ਦੇ ਇਤਿਹਾਸ ਨੂੰ ਤੁਸੀਂ ਉਠਾ ਕੇ ਦੇਖਦੇ ਹੋ ਤਾਂ ਇਹ ਜਿਹੜੀ ਸਥਿਤੀ ਨੂੰ ਉੱਥੇ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਜੋ ਪ੍ਰਵਾਸ ਕਰਨ ਵਾਲੇ ਨੇ ਉਹਨਾਂ ਨੇ ਬਦਲਿਆ। ਜਿਵੇਂ ਪੰਜਾਬੀਆਂ ਦੀ ਐਗਜ਼ਾਮਪਲ ਲੱਗੇ, ਬਾਹਰਲੇ ਦੇਸ਼ਾਂ ਦੇ ਵਿੱਚ ਦੇਖੋ ਜੀ ਕਿੰਨੀਆਂ ਤਰੱਕੀਆਂ ਕੀਤੀਆਂ। ਉੱਥੇ ਜਾ ਕੇ ਜੀ ਕੀ ਬਣਿਆ? MP ਬਣ ਗਏ ਜੀ, ਠੀਕ ਹੈ, MLA, ਠੀਕ ਹੈ। ਉਸ ਤੋਂ ਬਿਨਾਂ ਜੀ ਜੋ ਉਹਨਾਂ ਦਾ ਜੀਵਨ ਪੱਧਰ ਹੈਗਾ ਜੀ ਉਹ ਵੀ ਉੱਚਾ ਉੱਠਿਆ, ਆਮਦਨ ਉਹਨਾਂ ਦੀ ਵਧੀ ਹੈ ਜੀ। ਜਾਂ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਹਾਂ, ਕਿੰਨਾ ਕਿੰਨਾ ਪੈਸਾ ਜੀ ਆਪਣੇ ਪਿੰਡ ਭੇਜਦੇ ਆ ਜੀ ਉਹ ਜਦੋਂ ਉਹ ਬਾਹਰ ਚਲੇ ਜਾਂਦੇ ਨੇ। ਤਾਂ ਇਹ ਜੋ ਕਾਰਨ ਹੈ ਜੀ ਆਰਥਿਕਤਾ, ਪੁਰਾਣੇ ਸਮੇਂ ਦੇ ਵਿੱਚ ਵੀ ਆਰਥਿਕਤਾ ਰਹੀ ਸੀ ਜੀ। ਕਿਸੇ ਚੀਜ਼ ਨੂੰ ਆਪਾਂ ਬੀਜਦੇ ਹਾਂ ਫਸਲ ਨੂੰ ਤਾਂ ਉਹਦਾ ਇੱਕ ਹੁੰਦਾ ਸੀ ਇਹਨੂੰ ਵੇਚ ਕੇ ਦੂਸਰੀ ਜਗ੍ਹਾ ਵੇਚਦੇ ਹਾਂ, ਤਾਂ ਪ੍ਰਵਾਸ ਕਰਕੇ ਵੇਚਦੇ ਹਾਂ ਤਾਂ ਉਹਦਾ ਮੁੱਲ ਜ਼ਿਆਦਾ ਮਿਲਦਾ ਸੀ। ਤਾਂ ਇਸੇ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਵੀ ਆਪਾਂ ਇਹ ਆਰਥਿਕਤਾ ਵੇਖੀ ਹੋਈ ਹੈ। ਤਾਂ ਉਸੇ ਆਧਾਰ 'ਤੇ ਹੀ ਹੁਣ ਲੋਕ ਪ੍ਰਵਾਸ ਕਰਦੇ ਨੇ ਜੀ। ਹੁਣ ਜਾਗਰਤੀ ਜ਼ਿਆਦਾ ਆ ਗਈ ਹੈ, ਸਾਧਨ ਜ਼ਿਆਦਾ ਹੋ ਗਏ ਨੇ, ਇਸ ਕਰਕੇ ਪ੍ਰਵਾਸ ਹੈ ਜਿਹੜਾ ਜ਼ਿਆਦਾ ਉਹ ਲੈਵਲ 'ਤੇ ਵੱਡਾ ਹੋ ਗਿਆ। ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਣ ਦਾ ਸਫ਼ਰ ਹੈ ਕੁਝ ਕੁ ਘੰਟਿਆਂ ਦਾ। ਇਸੇ ਕਰਕੇ ਵੀ ਪ੍ਰਵਾਸ ਹੈ ਜਿਹੜਾ
ਉਹ ਹੋਰ ਵੀ ਜ਼ਿਆਦਾ ਵੱਧ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੇਗਾ। ਨੌਕਰੀ ਦੀ ਘਾਟ ਦੀ ਗੱਲ ਕਰਦੇ ਹਾਂ ਜੀ, ਆਪਣਾ ਗੈਰ ਹਾਜ਼ਰੀ ਅਤੇ ਵਿੱਦਿਅਕ ਅਵਸਰ ਦੀ ਗੱਲ ਕਰਦੇ ਹਾਂ। ਇਹ ਤਿੰਨ ਚੀਜ਼ਾਂ ਨੇ ਜਿਹਨੂੰ ਆਪਾਂ ਬੇਰੁਜ਼ਗਾਰੀ ਦੇ ਨਾਲ ਵੀ ਜੋੜ ਸਕਦੇ ਹਾਂ। ਗੱਲ ਕਰੀਏ ਤਾਂ ਨੌਕਰੀਆਂ ਦੀ ਆਪਾਂ ਗੱਲ ਕਰੀਏ ਜੀ, ਆਪਣੇ ਦੇਸ਼ ਵਿੱਚ ਘਾਟ ਚੱਲ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਰਕਾਰ ਸਮੇਂ ਸਮੇਂ 'ਤੇ ਜਿਹੜੀਆਂ ਨੌਕਰੀਆਂ ਨਈ ਮੌਕੇ ਇਸ ਤਰ੍ਹਾਂ ਦੇ ਪੈਦਾ ਨਹੀਂ ਕਰ ਰਹੀ, ਜਿਸ ਨਾਲ ਕਿ ਆਪਣੇ ਦੇਸ਼ ਦੀ ਇੱਕ ਤਾਂ ਜਨਸੰਖਿਆ ਬਹੁਤ ਜ਼ਿਆਦਾ ਵੱਧ ਰਹੀ ਹੈ, ਦੂਸਰਾ ਗੈਰ ਹਾਜ਼ਰੀ ਹੈ ਜੀ ਬਹੁਤ ਸਾਰਿਆਂ ਦੀ, ਕਿ ਬਾਹਰ ਨੂੰ ਚਲੇ ਗਏ ਨੇ ਜੀ, ਉਹਨਾਂ ਦੀਆਂ ਨੌਕਰੀਆਂ ਚੱਲ ਰਹੀਆਂ ਨੇ, ਉਹ ਵੀ ਕਾਰਨ ਹੈ। ਵਿੱਦਿਅਕ ਅਵਸਰ ਬਹੁਤ ਜ਼ਿਆਦਾ ਨਹੀਂ ਹੈ, ਕਿ ਆਪਾਂ ਗੱਲ ਕਰੀਏ ਕਿ ਕਿਸੇ ਤੁਸੀਂ ਕੋਰਸ ਨੂੰ ਕਰਦੇ ਆ, ਉਸ ਤੋਂ ਬਾਅਦ ਜੋਬ ਤੁਹਾਡੀ ਲੱਗ ਜਾਏਗੀ, ਇਹ ਆਪਣੇ ਦੇਸ਼ ਦੇ ਵਿੱਚ ਸੰਭਵ ਨਹੀਂ ਰਿਹਾ ਜੀ। ਠੀਕ ਹੈ, ਉਹਦੇ ਮੌਕੇ ਘੱਟ ਰਹੇ ਆ ਬਹੁਤ ਜ਼ਿਆਦਾ। ਤਾਂ ਇਹੀ ਕਾਰਨ ਹੈ ਕਿ ਆਪਣੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ ਸਮੇਂ ਸਮੇਂ 'ਤੇ, ਅਤੇ ਸਰਕਾਰ ਦੇ ਵੱਲੋਂ ਉਨੀਆਂ ਕਹਿ ਲਓ ਜੀ ਨੌਕਰੀਆਂ ਪੈਦਾ ਨਹੀਂ ਕੀਤੀਆਂ ਜਾ ਰਹੀਆਂ, ਜਿਸ ਦੇ ਕਾਰਨ ਜੋ ਉਹਨਾਂ ਨੂੰ ਰੁਜ਼ਗਾਰ ਮਿਲਣੇ ਚਾਹੀਦੇ ਸੀ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ, ਉਹ ਨਹੀਂ ਮਿਲ ਰਹੇ, ਜਿਸ ਕਰਕੇ ਉਹਨਾਂ ਦਾ ਝੁਕਾਵ ਕੀ ਹੋ ਰਿਹਾ ਬਾਹਰਲੇ ਦੇਸ਼ਾਂ ਵੱਲ, ਅਤੇ ਉਹ ਪ੍ਰਵਾਸ ਕਰਨ ਦੇ ਲਈ ਮਜਬੂਰ ਹੋ ਰਹੇ ਆ। ਅਤੇ ਇਹ ਦੇਖ ਰਿਹਾ ਕਿ ਬਾਹਰਲੇ ਦੇਸ਼ ਦੇ ਵਿੱਚ ਜਿਹੜੇ ਨੌਕਰੀਆਂ ਦੀ ਵੀ ਕਹਿ ਲਓ ਜੀ ਕੋਈ ਘਾਟ ਨਹੀਂ ਹੈ, ਅਫਸਰ ਵੀ ਜ਼ਿਆਦਾ ਨੇ ਜੀ ਉਹਨਾਂ ਨੂੰ। ਠੀਕ ਹੈ, ਜਿਸ ਦੇ ਕਰਕੇ ਉਹ ਬਾਹਰਲੇ ਦੇਸ਼ਾਂ ਦਾ ਰੁੱਖ ਕਰ ਲਏ ਨੇ, ਲੋਕ ਇੱਥੋਂ ਚੱਲ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਜਾ ਰਹੇ ਨੇ। ਇਹ ਇਹਦਾ ਕਾਰਨ ਬਣ ਜਾਂਦਾ ਜੀ। ਸੰਵਿਧਾਨਕ ਰਾਜਨੀਤਿਕ ਆਧਾਰਾਂ ਦੀ ਅਣਹੋਂਦ। ਆਪਣੇ ਦੇਸ਼ ਦੇ ਵਿੱਚ ਗੱਲ ਕਰੀਏ ਜੀ, ਇੱਥੇ ਕੋਈ ਕਾਨੂੰਨ ਲਾ ਨਹੀਂ ਕੰਮ ਕਰਦੇ ਜੀ, ਜ਼ਿਆਦਾ ਕੰਮ ਨਹੀਂ ਕਰਦੇ ਜੀ। ਗਰੀਬ ਨੂੰ ਤਾਂ ਜਮਾ ਮਾਰਨ ਵਾਲੀ ਗੱਲ ਹੀ ਹੈ ਜੀ, ਤਕੜੇ ਦਾ ਕਾਨੂੰਨ ਹੈ। ਆਪਾਂ ਗੱਲ ਕਰਦੇ ਹਾਂ ਜੀ, ਆਪਣੇ ਦੇਸ਼ ਦੇ ਵਿੱਚ ਬਹੁਤ ਅਨਿਆਂ ਹੁੰਦਾ, ਠੀਕ ਹੈ, ਦੇਖਿਆ ਜਾਂਦਾ, ਅਤੇ ਹੋਰ ਵੀ ਤੁਸੀਂ ਦੇਖਿਆ ਹੀ ਹੋਣਾ ਜੀ, ਆਮ ਹੀ ਨੋਰਮਲ ਹੈ ਜੀ। ਹੁਣ ਦੇਖੋ ਜੀ ਕਿੰਨੇ ਧਰਨੇ ਚੱਲ ਰਹੇ ਨੇ, ਐਗਜ਼ਾਮਪਲ ਹੀ ਹੈ ਇੱਕ ਕਿਸਾਨੀ ਅੰਦੋਲਨ ਦੀ ਐਗਜ਼ਾਮਪਲ ਲੈ ਲਓ ਜੀ, ਕਿੰਨੇ ਟਾਈਮ ਤੋਂ ਚੱਲ ਰਿਹਾ ਹੈ, ਕੋਈ ਕਾਨੂੰਨ ਹੀ ਨਹੀਂ ਹੈ ਜੀ ਕਿ ਜਿਹੜਾ ਉਹਨਾਂ ਦੀ ਗੱਲ ਸੁਣੀ। ਸੰਵਿਧਾਨ ਵੀ ਇਸ ਤਰ੍ਹਾਂ ਦਾ ਨਹੀਂ ਹੈ ਜੀ, ਸੰਵਿਧਾਨ ਦੇ ਵਿੱਚ ਵੀ ਇਹ ਇੱਕ ਧਾਰਾ ਹੈਗੀ ਹੈ ਜਿਸ ਦੇ ਅਨੁਸਾਰ ਜਿਹੜਾ ਧਰਨਾ ਕੁਛ ਦਿਨਾਂ ਲਈ ਚੱਲ ਸਕਦਾ, ਜਦੋਂ ਕਿ ਕਿਸਾਨੀ ਅੰਦੋਲਨ ਤਾਂ ਉਹ ਦਿਨਾਂ ਨੂੰ ਵੀ ਪਾਰ ਕਰ ਬੈਠਾ। ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਜੀ ਹੋਰ ਵੀ ਕਾਰਨ ਨੇ ਜੋ ਲੋਕਾਂ ਨੂੰ ਬਾਹਰਲੇ ਦੇਸ਼ਾਂ ਦਾ ਰੁੱਖ ਕਰਨ ਲਈ ਮਜਬੂਰ ਕਰ ਰਹੇ ਹੈ। ਉਹਦੇ ਕਾਰਨ ਨੇ ਜੀ ਸੰਵਿਧਾਨਕ ਦੀ ਆਪਾਂ ਗੱਲ ਕਰੀਏ ਜੀ, ਜ਼ਿਆਦਾ ਕਹਿ ਲਓ ਜੀ ਇੰਨੀਆਂ ਜ਼ਿਆਦਾ ਦਾਅ ਪੇਚ ਨੇ, ਲੋਕ ਅਮੀਰਾਂ ਦੇ ਹੋਰ ਅਮੀਰ ਹੋ ਰਹੇ ਨੇ ਜੀ, ਗਰੀਬ ਹੋਰ ਜ਼ਿਆਦਾ ਗਰੀਬ ਹੋ ਰਹੇ ਨੇ। ਨੌਕਰੀਆਂ ਵੀ ਤਕੜੇ ਵਰਗਾਂ ਦੇ ਹਿੱਸਾ ਹੀ ਬਣ ਰਹੀਆਂ ਨੇ, ਉਹਨਾਂ ਦੇ ਕੋਲ ਹੀ ਜਾ ਰਹੀਆਂ ਨੇ, ਅਤੇ ਮਾੜੇ ਵਰਗ ਦਾ ਇੱਥੇ ਟਿਕਣਾ ਥੋੜ੍ਹਾ ਜਿਹਾ ਔਖਾ ਹੋ ਰਿਹਾ ਹੈਗਾ। ਇਹ ਸਾਰੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਰਾਜਨੀਤਿਕ ਗੱਲ ਕਰੀਏ ਤਾਂ ਤੌਰ 'ਤੇ ਕਾਫੀ ਡਾਮਾਡੋਲ ਹੋ ਰਹੀ ਹੈ, ਅਤੇ ਜਿਸ ਦੇ ਕਰਕੇ ਲੋਕ ਜਿਹੜੇ ਹੈਗੇ ਬਾਹਰਲੇ ਦੇਸ਼ਾਂ ਵੱਲ ਦਾ ਰੁੱਖ ਕਰ ਰਹੇ ਆ। ਨਸਲੀ ਵਿਤਕਰਾ ਜਿਹੜਾ ਹੈਗਾ ਗਾ ਆਪਣੇ, ਇਹ ਕਾਫੀ ਜ਼ਿਆਦਾ ਚੱਲਦਾ ਜੀ। ਧਰਮਾਂ ਦੇ ਆਧਾਰ 'ਤੇ ਆਪਾਂ ਦੇਖਦੇ ਹਾਂ ਭੇਦਭਾਵ ਬਹੁਤ ਹੋ ਰਿਹਾ ਜੀ। ਠੀਕ ਹੈ, ਤਾਂ ਇਹ ਜਿਹੜਾ ਹੈਗਾ ਗਾ ਕੋਸ਼ਿਸ਼ ਰਹੀ ਹੈ ਪੁਰਾਣੇ ਸਮੇਂ ਤੋਂ ਜੀ। ਠੀਕ ਹੈ, ਅਤੇ ਹਰ ਇੱਕ ਧਰਮ ਅਲੱਗ ਅਲੱਗ ਅੱਗੇ ਜਾ ਕੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਠੀਕ ਹੈ, ਤਾਂ ਉਹ ਉਹਨਾਂ ਦੇ ਵਿੱਚ ਭੇਦਭਾਵ ਦੀ ਜਿਹੜੀ ਹੈਗੀ ਆ ਪ੍ਰਕਿਰਿਆ, ਜੋ ਨਸਲੀ ਵਿਤਕਰਾ ਹੈਗਾ ਉਹ ਵੇਖਣ ਨੂੰ ਮਿਲਦਾ। ਤਾਂ ਜਦੋਂ ਆਪਾਂ ਫੋਰਨਰ ਵਗੈਰਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹ ਜਿਹੜੇ ਹੈਗੇ ਨੇ ਵਿਤਕਰੇ ਘੱਟ ਨੇ, ਹੈ ਜ਼ਰੂਰ ਪਰ ਘੱਟ ਨੇ। ਆਪਣੇ ਦੇਸ਼ ਦੇ ਵਿੱਚ ਧਰਮਾਂ ਦੀ ਗੱਲ ਜ਼ਿਆਦਾ ਹੋ ਰਹੀ ਹੈ ਜੀ, ਧਰਮਾਂ ਦੇ ਆਧਾਰ 'ਤੇ ਬਹੁਤ ਜ਼ਿਆਦਾ ਵੰਡੀਆਂ ਪਾਈਆਂ ਹੋਈਆਂ ਨੇ। ਬਹੁਤ ਸਾਰੇ ਧਰਮਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਧਰਮ ਦੂਸਰੇ ਧਰਮ ਨੂੰ ਕੀ ਕਰ ਰਿਹਾ ਹੈਗਾ, ਜੋ ਆਪਣੇ ਸਾਰਿਆਂ ਨੂੰ ਸਾਰੇ ਧਰਮ ਬਰਾਬਰ ਸੀ, ਉਹਨਾਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਬੈਕ ਹਟ ਰਹੇ ਨੇ। ਠੀਕ ਹੈ, ਹਰ ਇੱਕ ਕੋਈ ਆਪਦੇ ਆਪ ਨੂੰ ਸ੍ਰੇਸ਼ਟ ਕਹਾਉਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਬਾਹਰੀ ਚਮਕ ਦਮਕ। ਬਾਹਰੀ ਚਮਕ ਦਮਕ ਜਿਹੜੀ ਹੈਗੀ ਹੈ ਜੀ, ਉਹ ਵੀ ਆਪਣੇ ਲੋਕਾਂ ਨੂੰ ਅਤੇ ਪ੍ਰਵਾਸੀ ਜੋ ਹੁੰਦੇ ਨੇ ਜੀ, ਪ੍ਰਵਾਸ ਕਰਨ ਦੀ ਇੱਛਾ ਰੱਖਦੇ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦੀ ਆ। ਉੱਥੋਂ ਦਾ ਰਹਿਣ ਸਹਿਣ, ਉੱਥੋਂ ਦੀ ਚਮਕ ਦਮਕ ਖਿਆਲਾਂ ਦੇ ਵਿੱਚ ਜੋ ਦੇਖਦੇ ਨੇ ਜੀ, ਉਹਨਾਂ ਨੂੰ ਵੇਖਣ ਨੂੰ ਮਿਲਦੀ ਹੈ, ਉਹ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਉਹਨਾਂ ਦੀ ਵੀ ਇੱਛਾ ਹੁੰਦੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਇੰਨੇ ਸੋਹਣੇ ਸੋਹਣੇ ਨੇ, ਠੀਕ ਹੈ, ਉੱਥੋਂ ਦੇ ਜਿਹੜੀਆਂ ਚੀਜ਼ਾਂ ਨੇ, ਦ੍ਰਿਸ਼ ਨੇ, ਪਹਾੜ ਨੇ, ਹੋਰ ਚੀਜ਼ਾਂ ਨੇ, ਜਿਨ੍ਹਾਂ ਦੀ ਇੱਛਾ ਉਹਨਾਂ ਦੀ, ਹੋਰ ਬਾਜ਼ਾਰਾਂ ਦੀ ਗੱਲ ਕਰਦੇ ਹੋ, ਚਾਹੇ ਹੋਰ ਚੀਜ਼ਾਂ ਨੇ, ਲਗਜ਼ਰੀ ਲਾਈਫ ਹੈ,
ਹੋਰ ਜੋ ਘਰਾਂ ਦੀ ਗੱਲ ਹੈ ਜੀ, ਜੋਬ ਦੀ ਗੱਲ ਹੈ, ਉਹ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਆਪਦੇ ਵੱਲ ਖਿੱਚਦੀ ਹੈ। ਤਾਂ ਉਹਨਾਂ ਦੀ ਉਹ ਬਾਹਰੀ ਕਹਿ ਲਓ ਜੀ ਚਮਕ ਦਮਕ ਹੈ, ਭਾਵ ਉੱਥੋਂ ਦੇ ਭਾਵ ਕਿਸੇ ਵੀ ਦੇਸ਼ ਦੀ ਉਹਨਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰਦੀ ਹੈ। ਜਿਨਸੀ ਝੁਕਾਅ ਅਤੇ ਧਾਰਮਿਕ ਕਾਰਨਾਂ ਕਰਕੇ ਅਤਿਆਚਾਰ ਜੀ। ਆਪਣੇ ਜੇ ਆਪਾਂ ਗੱਲ ਕਰੀਏ ਜੀ, ਧਾਰਮਿਕ ਕਾਰਨ ਬਹੁਤ ਸਾਰੇ ਆ ਜੀ, ਜਿਹਦੇ ਕਰਕੇ ਲੋਕਾਂ ਦੇ ਵਿੱਚ ਧਰਮ ਦੇ ਨਾਂ 'ਤੇ ਜੀ ਉਹਨਾਂ ਨੂੰ ਦੁੱਖਾਂ ਤਕਲੀਫਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਜੀ। ਠੀਕ ਹੈ, ਇਹ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੋਏਗਾ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜੀ। ਆਹ ਪੂਜਾ ਕਰ ਲਓ ਜੀ, ਆਹ ਪੂਜਾ ਕਰ ਲਓ ਜੀ, ਉਹ ਜੋ ਲੁੱਟ ਖਸੁੱਟ ਹੋ ਰਹੀ ਹੈ ਜੀ, ਉੱਥੇ ਕੋਈ ਹੈ ਨਹੀਂ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲੋਕ ਵੱਸਦੇ ਨੇ ਜੀ, ਉਹਨਾਂ ਨੇ ਕਦੇ ਜੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੈ ਜੀ, ਚਾਹੇ ਉਹ ਇੱਥੇ ਭਾਵ ਗੱਲ ਕਰੀਏ ਜੀ ਜੋਬ ਦੇ ਆਧਾਰ 'ਤੇ ਜੋ ਸ਼ੋਸ਼ਣ ਹੋ ਰਿਹਾ ਜੀ, ਉਸ ਦੀ ਗੱਲ ਕਰਦੇ ਹਾਂ ਆਪਾਂ, ਤਾਂ ਉਹ ਆਪਣੇ ਇੱਥੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਾ ਗਾ। ਅਤੇ ਧਰਮ ਦੇ ਜੋ ਇਹ ਕਹਿ ਲਓ ਜੀ ਅਤਿਆਚਾਰ ਹੋ ਰਿਹਾ ਧਰਮ ਦੇ ਨਾਂ 'ਤੇ ਲੋਕਾਂ 'ਤੇ, ਭਾਵ ਅਤਿਆਚਾਰ ਹੋ ਰਿਹਾ, ਇਹ ਇਹਨਾਂ ਨੂੰ ਉਕਸਾਉਂਦਾ ਲੋਕਾਂ ਨੂੰ। ਪਰ ਬਾਹਰਲੇ ਜਾ ਕੇ ਉੱਥੇ ਹਰ ਇੱਕ ਇਨਸਾਨ ਦੇ ਜਿਹੜੇ ਹੱਕ ਨੇ ਜੀ ਬਰਾਬਰ ਨੇ, ਤਾਂ ਇਹੀ ਗੱਲ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ। ਅੱਜ ਦੀ ਸਰਕਾਰ ਗਰੰਟੀ ਭਾਵ ਰਾਜਨੀਤਿਕ ਜੁਰਮ ਦੀ ਅਣਹੋਂਦ ਕਰ ਰਹੀ ਹੈ, ਭਾਵ ਅੱਜ ਦੀ ਸਰਕਾਰ ਕੋਈ ਗਰੰਟੀ ਨਹੀਂ ਦੇ ਰਹੀ ਜੀ। ਸਰਕਾਰਾਂ ਨੇ ਜੀ ਜੋ ਉਹ ਅਤਿਆਚਾਰ 'ਤੇ ਜਾ ਰਹੀਆਂ ਨੇ, ਤੁਸੀਂ ਵੀ ਦੇਖ ਰਹੇ ਹੋ ਜੀ। ਅੱਜ ਕੱਲ੍ਹ ਕੋਈ ਕਿਸੇ ਸਟੇਟ ਨੂੰ ਉਹਦੀਆਂ ਹੱਦਾਂ ਤੋੜਤੀਆਂ ਜੀ, ਕਿਸੇ ਦੀਆਂ ਹੱਦਾਂ ਵਧਾਤੀਆਂ, ਕਿਸੇ ਦੀਆਂ ਘਟਾਤੀਆਂ, ਹੋਰ ਅਨੇਕਾਂ ਅਤਿਆਚਾਰ ਧਰਮ ਦੇ ਆਧਾਰ 'ਤੇ ਜ਼ਬਰਦਸਤੀ ਲੋਕਾਂ ਦਾ ਜਿਹੜੇ ਤਬਾਦਲੇ ਹੁੰਦੇ ਆ ਜੀ, ਜੋਬ ਦੇ ਚੇਂਜ ਹੁੰਦੇ ਆ ਜੀ, ਜਦੋਂ ਕੋਈ ਸਰਕਾਰ ਬਦਲਦੀ ਹੈ। ਸਰਕਾਰ ਦੀ ਕੋਈ ਗਰੰਟੀ ਨਹੀਂ, ਆਉਣੀ ਪਤਾ ਕਦੋਂ ਡਿੱਗ ਪਏ। ਠੀਕ ਹੈ, ਰੁਜ਼ਗਾਰ ਦੀ ਗਰੰਟੀ ਦੀ ਗੱਲ ਦੂਰ ਰਹਿ ਗਈ। ਠੀਕ ਹੈ, ਇਹ ਸਾਰੇ ਕਾਰਨ ਹੈ ਜੀ। ਸਰਕਾਰ ਕੋਈ ਨਵੇਂ ਉਹਨਾਂ ਦਾ ਸੋਚ ਨਹੀਂ ਹੈ, ਸੁਪਨਾ ਨਹੀਂ ਹੈ ਕਿ ਆਪਦੇ ਦੇਸ਼ ਨੂੰ ਅਸੀਂ ਕਿੱਧਰ ਨੂੰ ਲੈ ਕੇ ਜਾਣਾ। ਇਹ ਕਾਫੀ ਚੀਜ਼ਾਂ ਨੇ ਜੋ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ। ਸਰਕਾਰ ਦੀ ਇੱਕ ਸੋਚ ਹੈ ਜੋ ਆਪਾਂ ਨੂੰ ਕਹਿ ਲਈਏ ਜੀ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਕਹਿ ਲਓ ਜੀ ਵਿਕਾਸ ਵਾਲੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਵੀ ਲੱਗਦਾ ਕਿ ਇੱਥੇ ਰਹਿ ਕੇ ਸਾਡਾ ਉਨਾ ਵਿਕਾਸ ਨਹੀਂ ਹੋ ਸਕਦਾ ਜਿੰਨਾ ਅਸੀਂ ਬਾਹਰਲੇ ਦੇਸ਼ ਦੇ ਵਿੱਚ ਜਾ ਕੇ ਗਰੋਥ ਕਰ ਸਕਦੇ ਹਾਂ। ਤਾਂ ਇਹੀ ਜੋ ਰਾਜਨੀਤਿਕ ਜੁਰਮ ਨੇ ਉਹ ਵੀ ਉੱਥੇ ਘੱਟ ਨੇ ਜੀ। ਇੱਥੇ ਦੇਖੋ ਜੀ ਜਿਹੜਾ ਤਕੜਾ ਬੰਦਾ ਗਾ, ਠੀਕ ਹੈ, ਰਾਜਨੀਤਿਕ ਪਾਰਟੀਆਂ ਵਾਲੇ ਨੇ ਜੀ, ਕਿੰਨੇ ਤੁਸੀਂ ਅਨੇਕਾਂ ਕੇਸ ਦੇਖ ਲਓ ਜਿਹੜੇ ਜੁਰਮ ਕਰ ਰਹੇ ਆ। ਠੀਕ ਹੈ ਜੀ, ਲੁੱਟ ਰਹੇ ਆ ਲੋਕਾਂ ਨੂੰ, ਪੈਸੇ ਦੀ ਲੁੱਟ ਕਰ ਰਹੇ ਆ, ਹੋਰ ਘਪਲੇ ਕਰ ਰਹੇ ਆ ਜੀ। ਤੁਸੀਂ ਅਨੇਕਾਂ ਘਪਲੇ ਜੀ ਪੈਸੇ ਦੇ ਨਾਂ 'ਤੇ ਦਬਾ ਦਿੱਤੇ ਜਾਂਦੇ ਆ, ਤੁਸੀਂ ਸਾਰਿਆਂ ਨੇ ਦੇਖਿਆ, ਸਭ ਨੂੰ ਪਤਾ ਹੈ ਇਸ ਚੀਜ਼। ਇੱਕ ਅਸਫਲ ਆਰਥਿਕ ਪ੍ਰਣਾਲੀ ਆਪਾਂ ਕਰੀਏ ਜੀ, ਇੱਕ ਅਸਫਲ ਕਹਿ ਲਈਏ ਜੀ ਆਪਣੀ ਆਰਥਿਕ ਜੋ ਪ੍ਰਣਾਲੀ ਆ ਹਰ ਇੱਕ ਦੇਸ਼ ਦੀ, ਉਹ ਦੂਸਰੇ ਦੇਸ਼ ਜੋ ਵਿਕਸਿਤ ਹੋ ਚੁੱਕੇ ਆ ਜੀ, ਠੀਕ ਹੈ, ਉਹ ਚੀਜ਼ ਦੇ ਨਾਲ ਬਰਾਬਰੀ ਨਹੀਂ ਕਰ ਪਾਉਂਦੇ। ਉਹਨਾਂ ਦੀ ਜਿਹੜੀ ਪ੍ਰਣਾਲੀ ਹੈ ਆਰਥਿਕ ਪ੍ਰਣਾਲੀ, ਭਾਵ ਲੋਕਾਂ ਦੀਆਂ ਜਿਹੜੀ ਰੁਜ਼ਗਾਰ ਦੇਣੇ ਨੇ ਜੀ, ਜੋ ਆਰਥਿਕ ਪੱਧਰ ਉੱਚਾ ਚੱਕਣਾ ਗਾ ਉਹਨਾਂ ਨੂੰ, ਭਾਵ ਜੀਵਨ ਪੱਧਰ ਨੂੰ ਉੱਚਾ, ਅੱਗੇ ਨਵੀਆਂ ਯੋਜਨਾਵਾਂ ਨੇ ਉਹ ਇਸ ਤਰ੍ਹਾਂ ਨਹੀਂ ਦੇ ਰਹੇ ਜਿਹੜੇ ਕਿ ਵਿਕਾਸਸ਼ੀਲ ਦੇਸ਼ ਨੇ ਜੀ ਉਹ ਦੇ ਰਹੇ ਨੇ। ਵਿਕਸਿਤ ਹੋ ਚੁੱਕੇ ਆ, ਭਾਵ ਦੇਸ਼ ਜਿਹੜੇ ਵਿਕਸਿਤ ਹੋ ਚੁੱਕੇ ਨੇ, ਅਮਰੀਕਾ, ਹੋਰ ਇੰਗਲੈਂਡ ਵਗੈਰਾ ਵਰਗੇ, ਉਹਨਾਂ ਦੀ ਆਰਥਿਕ ਜੋ ਪ੍ਰਣਾਲੀ ਆ ਬਹੁਤ ਮਜ਼ਬੂਤ ਹੈ ਅਤੇ ਲੋਕਾਂ ਨੂੰ ਜਿਹੜਾ ਹੈਗਾ ਆਰਥਿਕ ਜੀਵਨ ਬਹੁਤ ਵਧੀਆ ਖੁਸ਼ਹਾਲੀ ਵਾਲਾ ਦੇ ਰਹੇ ਨੇ, ਜਿਸ ਦੇ ਕਰਕੇ ਉਹ ਪ੍ਰਵਾਸ ਕਰਨ ਦੇ ਲਈ ਲੋਕਾਂ ਦੇ ਜਿਹੜਾ ਹੈਗਾ ਇੱਕ ਮਨ ਦੇ ਵਿੱਚ ਆਉਂਦਾ ਕਿ ਦੇਸ਼ ਦੀ ਜੋ ਆਰਥਿਕ ਪ੍ਰਣਾਲੀ ਆ ਉਹ ਕਿਸ ਤਰ੍ਹਾਂ ਦੀ ਆ, ਅਸਫਲ ਚੱਲ ਰਹੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ, ਆਰਥਿਕ ਪੱਧਰ ਨਹੀਂ ਉੱਚਾ ਚੱਕ ਪਾ ਰਹੇ, ਸਰਕਾਰ ਦਾ ਕੋਈ ਜ਼ਿਆਦਾ ਧਿਆਨ ਨਹੀਂ ਇਸ ਪਾਸੇ, ਉਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ। ਅੰਦਰੂਨੀ ਲੜਾਈਆਂ ਨੇ ਜੀ, ਗੁਰੀਲਾ ਅਤੇ ਅੱਤਵਾਦ ਦੇ ਦੌਰ ਦੀ ਗੱਲ ਕਰਦੇ ਹਾਂ ਜੀ, ਆਪਣੇ ਦੇਸ਼ ਦੇ ਵਿੱਚ ਜੀ ਬਹੁਤ ਹੀ ਜ਼ਿਆਦਾ ਇਹ ਦੁਖਦਾਈ ਘਟਨਾ ਹੈਗੀ ਆ ਕਿ ਆਪਣੇ ਦੇਸ਼ ਦੇ ਵਿੱਚ ਸਮੇਂ ਸਮੇਂ 'ਤੇ ਜਾਂ ਵੀ ਕੋਈ ਕੰਮ ਕਰ ਰਿਹਾ, ਕਿਸੇ ਚੀਜ਼ ਦਾ ਵਿਰੋਧ ਕਰ ਰਿਹਾ, ਤਾਂ ਉਹਨੂੰ ਅਤਿਆਚਾਰ ਦੇ ਭਾਵ ਅੱਤਵਾਦ ਦਾ ਨਾਂ ਦਿੱਤਾ ਜਾਂਦਾ ਗਾ। ਠੀਕ ਹੈ, ਚਾਹੇ ਉਹ ਬਾਹਰਲੇ ਰਾਜਾਂ ਦੀ ਵੀ ਗੱਲ ਕਰ ਲਓ, ਚਾਹੇ ਪੰਜਾਬ ਦੇ ਵਿੱਚ ਜੀ ਅੱਤਵਾਦ ਦੇ ਨਾਂ 'ਤੇ ਬਹੁਤ ਸਾਰੇ ਲੋਕਾਂ ਨੂੰ ਜੋ ਕਹਿ ਲਓ ਤਸੀਹੇ ਦਿੱਤੇ ਗਏ ਉਸ ਦੀ ਗੱਲ ਕਰੀਏ। ਠੀਕ ਹੈ,
ਉਹ ਜੋ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਜੀ ਸਰਕਾਰ ਦੇ ਨਾਲ, ਸਰਕਾਰ ਲੋਕਾਂ 'ਤੇ ਅਤਿਆਚਾਰ ਕਰਦੀ ਹੈ ਅਤੇ ਲੋਕ ਉਹਨਾਂ ਅਤਿਆਚਾਰਾਂ ਦੇ ਵਿਰੁੱਧ ਖੜ੍ਹੇ ਹੁੰਦੇ ਨੇ ਜੀ। ਇਸ ਜੋ ਆਪਸ ਵਿੱਚ ਲੜਾਈ ਹੁੰਦੀ ਹੈ ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਜਿਹੜੀ ਆਪਣੇ ਕਹਿ ਲਓ ਜੀ ਪੰਜਾਬ ਦਾ ਸੰਕਟ ਦੇ ਰੂਪ ਵਿੱਚ ਵੇਖਣ ਨੂੰ ਮਿਲੀ ਸੀਗੀ ਜੀ। ਅਤੇ ਹੋਰ ਰਾਜਾਂ ਵਿੱਚ ਹਰ ਇੱਕ ਦੇ ਵਿੱਚ ਅਲੱਗ-ਅਲੱਗ ਸਾਰੇ ਦੇਸ਼ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜੀ, ਕਿੰਨੇ ਵਾਰ ਐਮਰਜੈਂਸੀ ਲੱਗੀ ਹੈ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। 84 ਵਰਗਿਆਂ ਦੀ ਗੱਲ ਕਰਦੇ ਹਾਂ ਜੀ, 84 ਦੇ ਦੌਰ ਦੀ ਗੱਲ ਕਰਦੇ ਹਾਂ ਜੀ, 47 ਦੇ ਦੌਰ ਦੀ ਗੱਲ ਕਰਦੇ ਹਾਂ। ਇਸ ਤਰ੍ਹਾਂ ਦੇ ਜੋ ਦੌਰ ਆਏ ਨੇ ਜੀ ਆਪਣੇ ਦੇਸ਼ ਦੇ ਵਿੱਚ, ਤਾਂ ਉਹਦੇ ਕਰਕੇ ਲੋਕਾਂ ਦਾ ਥੋੜ੍ਹਾ ਜਿਹਾ ਮਨ ਹੈ ਕਿ ਲੜਾਈਆਂ ਤੋਂ ਦੂਰ ਜਾਣ ਨੂੰ ਕਰਦਾ। ਬਾਹਰਲੇ ਦੇਸ਼ਾਂ ਦੇ ਵਿੱਚ ਉਹ ਸਾਰੀਆਂ ਇਹ ਚੀਜ਼ਾਂ ਦੀ ਗੱਲ ਨਹੀਂ, ਉਹਨਾਂ ਦਾ ਸਿਰਫ ਫੋਕਸ ਕਰ ਦਿੱਤਾ ਜੀ ਇਨਸਾਨ ਦੇ ਜੀਵਨ ਦੇ ਵਿਕਾਸ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ। ਸੱਭਿਆਚਾਰਕ ਜਿਹੜਾ ਅਪਵਾਦ ਨੇ ਅਪਰਾਧ ਅਤੇ ਸੋਟ ਦੀਆਂ ਉੱਚ ਦਰਾਂ ਜੀ। ਸੱਭਿਆਚਾਰ ਦੀ ਆਪਾਂ ਗੱਲ ਕਰਦੇ ਹਾਂ ਜੀ, ਉੱਥੇ ਸੱਭਿਆਚਾਰ ਦਾ ਬਹੁਤ ਵਿਕਸਿਤ ਹੋ ਰਿਹਾ ਗਾ, ਠੀਕ ਹੈ। ਅਪਰਾਧ ਜੋ ਨੇ ਉੱਥੇ ਬਹੁਤ ਘੱਟ ਨੇ ਜੀ, ਅਤੇ ਛੋਟ ਦੀ ਉੱਚ ਦਰ, ਅਤੇ ਲੋਕ ਜੋ ਵਧੀਆ ਕੰਮ ਕਰਦੇ ਨੇ ਜੀ ਸਰਕਾਰ ਉਹਨੂੰ ਉਤਸ਼ਾਹਿਤ ਕਰਦੀ ਹੈ। ਜਾਂ ਵਪਾਰੀ ਵਰਗ ਹੈ ਜੀ ਉਸ ਨੂੰ ਉਤਸ਼ਾਹਿਤ ਕਰਦੀ ਹੈ, ਉਹਨਾਂ ਨੂੰ ਛੋਟ ਦਿੰਦੀ ਹੈ ਕੋਈ ਕਾਰਖਾਨਾ ਲਾਉਣ ਦੇ ਲਈ, ਹੋਰ ਕੰਮ ਕਰਨ ਲਈ। ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਰਿਹਾ ਜੀ, ਜਿਸ ਦੇ ਕਰਕੇ ਜਿਹੜਾ ਹੈਗਾ ਲੋਕਾਂ ਦਾ ਜੀਵਨ ਪੱਧਰ, ਭਾਵ ਗੱਲ ਕਰੀਏ ਤਾਂ ਇੰਨੇ ਕਹਿ ਲਓ ਜੀ ਬਾਹਰਲੀਆਂ ਕੰਪਨੀਆਂ ਨਹੀਂ ਆ ਰਹੀਆਂ। ਸੱਭਿਆਚਾਰਕ ਤੌਰ 'ਤੇ ਆਪਾਂ ਵੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਕਾਫੀ ਆਪਾਂ ਨੂੰ ਵੇਖਣ ਨੂੰ ਮਿਲਦਾ, ਕੀ ਵੇਖਣ ਨੂੰ ਮਿਲਦਾ ਗਾ, ਫਰਕ ਵੇਖਣ ਨੂੰ ਮਿਲਦਾ ਗਾ ਕਿਸ ਤਰ੍ਹਾਂ ਦਾ, ਕਿ ਉਹ ਸੱਭਿਆਚਾਰਕ ਵਿਰਸਾ ਵੀ ਉਹਨਾਂ ਦਾ ਅਮੀਰ ਰੱਖਿਆ ਹੋਇਆ ਗਾ। ਲੋਕ ਆਪਣੇ ਵਾਲੇ ਵਿਰਸੇ ਸੱਭਿਆਚਾਰ ਨੂੰ ਛੱਡ ਰਹੇ ਨੇ ਜੀ, ਜਦੋਂ ਕਿ ਬਾਹਰਲੇ ਦੇਸ਼ ਕੀ ਕਰ ਰਹੇ ਨੇ ਜੀ, ਆਪਣੇ ਵਾਲੇ ਸੱਭਿਆਚਾਰ, ਆਪਣੀ ਸੱਭਿਅਤਾ, ਆਪਣੇ ਪੁਰਾਣੇ ਕਲਚਰ ਨੂੰ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ, ਉਸ ਤੋਂ ਵਿਕਸਿਤ ਜੋ ਆਪਣਾ ਪੁਰਾਣਾ ਸੱਭਿਆਚਾਰ ਉਸ ਤੋਂ ਸਿੱਖ ਰਹੇ ਨੇ ਜੀ। ਆਪਣੇ ਵਾਲੇ ਜੋ ਹੈ ਜੀ ਉਹ ਸੱਭਿਆਚਾਰ ਨੂੰ, ਉਹਨਾਂ ਦੇ ਸੱਭਿਆਚਾਰ ਨੂੰ ਅਪਣਾ ਰਹੇ ਨੇ, ਆਪਣੇ ਵਾਲੇ ਨੂੰ ਛੱਡ ਰਹੇ ਨੇ। ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਸੁੱਖ ਸਹੂਲਤਾਂ ਜੀ, ਬਾਹਰਲੇ ਦੇਸ਼ਾਂ ਦੀ ਆਪਾਂ ਗੱਲ ਕਰਦੇ ਹਾਂ, ਜੋ ਉੱਥੇ ਰਹਿੰਦੇ ਨੇ ਜੀ, ਸੁੱਖ ਸਹੂਲਤਾਂ ਬਹੁਤ ਵਧੀਆ ਨੇ, ਜਿਸ ਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਜੋ ਆਪਾਂ ਨੂੰ ਸੁੱਖ ਸਹੂਲਤਾਂ ਇੱਥੇ ਨਹੀਂ ਮਿਲਦੀਆਂ ਜੀ ਬਾਹਰਲੇ ਦੇਸ਼ਾਂ 'ਚ ਜਾ ਕੇ ਮਿਲਣਗੀਆਂ। ਇਸ ਲਈ ਉਹ ਪ੍ਰਵਾਸ ਕਰਦੇ ਨੇ, ਜੀਵਨ ਨੂੰ ਆਪਦੇ ਨੂੰ ਸੁਖਾਲਾ ਬਣਾਉਣ ਦੇ ਲਈ, ਆਪਦੇ ਬੱਚਿਆਂ ਦੇ ਲਈ, ਆਪਦੀ ਜ਼ਿੰਦਗੀ ਦੇ ਲਈ, ਜੀਵਨ ਪੱਧਰ ਨੂੰ ਉੱਚਾ ਚੱਕਣ ਲਈ, ਸਮਾਜਿਕ ਪੱਧਰ ਨੂੰ ਉੱਪਰ ਚੱਕਣ ਦੇ ਲਈ, ਇੱਕ ਵਧੀਆ ਲਾਈਫ ਜਿਉਣ ਦੇ ਲਈ, ਜਿਸ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ, ਕੁਛ ਮਾਰ ਘੱਟ ਨਹੀਂ ਹੈ, ਕੋਈ ਕਿਸੇ ਦਾ ਡਰ ਨਹੀਂ ਹੈ। ਇੱਕ ਵਧੀਆ ਲਾਈਫ ਜਿਉਣ ਦੇ ਲਈ ਬਾਹਰਲੇ ਦੇਸ਼ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ, ਅਤੇ ਜਿਸ ਦੇ ਕਰਕੇ ਲੋਕ ਪ੍ਰਵਾਸ ਕਰਦੇ ਨੇ। ਸਥਿਰਤਾ ਹੈਗੀ ਹੈ ਜੀ ਉਹਨਾਂ ਦੇ ਜੀਵਨ ਦੇ ਵਿੱਚ, ਭਾਵ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਸਥਿਰਤਾ ਹੈਗੀ ਆ ਕਿ ਉਹ 5 ਸਾਲ ਚੱਲਣੀ ਆ। ਉਹਨਾਂ ਦੀਆਂ ਯੋਜਨਾਵਾਂ ਪਹਿਲਾਂ ਦੱਸਦੇ ਆ ਜੀ, ਉਹ ਸਾਰੀ ਚੀਜ਼ ਉਹਨਾਂ ਦੀ ਪਲਾਨ ਹੈ, ਇੱਕ ਸਥਿਰ ਦੇ ਰੂਪ ਵਿੱਚ ਰਹਿੰਦੀ ਹੈ, ਜਿਸ ਦੇ ਕਰਕੇ ਲੋਕਾਂ ਨੂੰ ਪਤਾ ਲੱਗ ਜਾਂਦਾ, ਉਹੀ ਸਰਕਾਰ ਚੁਣਦੇ ਨੇ। ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ, ਪੈਸਿਆਂ ਨਾਲ ਸਰਕਾਰ ਚੁਣੀ ਜਾਂਦੀ ਹੈ, ਚਾਹੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਨੇ। ਲੋਕ ਸਹੀ ਤਰੀਕੇ ਨਾਲ ਵੋਟਾਂ ਨੂੰ ਰੁਝਾਨ ਨਹੀਂ ਲੈਂਦੇ, ਧਿਆਨ ਨਾਲ ਵੋਟਾਂ ਦੇ ਵਿੱਚ ਸਹੀ ਉਮੀਦਵਾਰ ਨਹੀਂ ਚੁਣਦੇ, ਜਿਸ ਦੇ ਕਰਕੇ ਆਪਣੇ ਵਧੀਆ ਜੋ ਕਹਿ ਲਓ ਜੀ ਸਿਸਟਮ ਨਹੀਂ ਚੱਲ ਰਿਹਾ, ਅਤੇ ਉੱਥੇ ਸਥਿਰਤਾ ਹੈਗੀ ਆ, ਅਤੇ ਜਿਸ ਦੇ ਕਰਕੇ ਲੋਕਾਂ ਦਾ ਆਪ ਦਾ ਇੰਟਰਸਟ ਬਹੁਤ ਜ਼ਿਆਦਾ ਹੈ ਰਾਜਨੀਤੀ, ਜਿਸ ਕਰਕੇ ਉੱਥੇ ਸਥਿਰਤਾ ਵੇਖਣ ਨੂੰ ਮਿਲਦੀ ਹੈ। ਇਹ ਸਾਰੇ ਜੋ ਤੱਤ ਨੇ ਜੀ, ਜੋ ਆਪਾਂ ਜ਼ਿਕਰ ਕੀਤਾ, ਤੱਤ ਕਾਰਨ ਇਹ ਵੇਖੇ ਜਾ ਸਕਦੇ ਆ ਜੀ, ਖਾਸ ਕਰਕੇ ਜੀ ਪਿਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਜਿਹੜੇ ਕਾਰਨ ਨੇ ਜੀ ਆਪਾਂ ਵੇਖ ਸਕਦੇ ਹਾਂ। ਅਤੇ ਉਹ ਕੀ ਕਰਦੇ ਆ, ਉਦਾਹਰਨ ਵਜੋਂ ਜੀ ਆਪਾਂ ਅਮਰੀਕਾ ਦੇ ਮਸਲੇ, ਜੇ ਸੁਰੱਖਿਆ ਦੀ ਗੱਲ ਕਰਦੇ ਹਾਂ ਜੀ, ਆਰਥਿਕਤਾ ਦੀ ਗੱਲ ਕਰਦੇ, ਰਾਜਨੀਤਿਕ ਮਸਲੇ ਨੇ ਜੀ, ਮੁਸ਼ਕਿਲਾਂ ਉਹ ਨਾਗਰਿਕਾਂ ਦੇ ਲਈ ਕੀ ਬਣਦੀਆਂ ਨੇ ਜੀ, ਉੱਥੇ ਕਹਿ ਲਓ ਜੀ ਉਹਨਾਂ ਦੇਸ਼ਾਂ ਦਾ ਪ੍ਰਵਾਸ ਕਰਨ ਦੇ ਲਈ ਮਜਬੂਰ ਕਰਦੀਆਂ ਨੇ ਇਹਨਾਂ ਆਪਦੇ ਦੇਸ਼ਾਂ ਨੂੰ ਛੱਡ ਕੇ ਉੱਧਰ ਜਾਣ ਦੇ ਲਈ। ਜੋ ਉੱਥੋਂ ਦਾ ਸ਼ਹਿਰੀ ਜੀਵਨ ਹੈ, ਠੀਕ ਹੈ ਜੀ, ਬਾਹਰਲੇ ਦੇਸ਼ਾਂ ਦਾ, ਅਮਰੀਕਾ, ਕਨੇਡਾ, ਜਰਮਨੀ, ਫਰਾਂਸ, ਇਹਨਾਂ ਬਾਹਰਲੇ ਦੇਸ਼ਾਂ ਦਾ, ਤਾਂ ਉਹ ਉਹਨਾਂ ਨੂੰ ਆਪਣੇ ਦੇਸ਼ ਛੱਡ ਕੇ ਉਹਨਾਂ ਦੇ ਦੇਸ਼ ਵਿੱਚ ਜਾਣ ਦੇ ਲਈ ਮਜਬੂਰ ਕਰਦੇ ਨੇ ਕਿ ਉੱਥੇ ਜਾ ਕੇ ਜਾਣ ਅਤੇ ਉਹ ਆਪਦਾ ਜੀਵਨ ਨੂੰ ਵਧੀਆ ਬਣਾ ਸਕਣ। ਇਹ ਆਪਾਂ ਗੱਲਬਾਤ ਕੀਤੀ ਸੀਗੀ ਜੀ ਪ੍ਰਵਾਸ ਦੇ ਬਾਰੇ, ਪ੍ਰਵਾਸ ਦੇ ਜੋ ਕਾਰਨ ਨੇ, ਤੱਤ ਨੇ, ਉਹਨਾਂ ਦੀ ਆਪਾਂ ਜਾਣਕਾਰੀ ਦਿੱਤੀ ਹੈ ਜੀ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਉਮੀਦ ਕਰਦਾ ਕਿ ਸਾਰਿਆਂ ਨੂੰ ਪਸੰਦ ਆਈ ਹੋਊਗੀ। ਇਹ ਆਪਣਾ ਉਪਰਾਲਾ ਹੈਗਾ, ਜਾਂ ਕਿਸੇ ਨੂੰ ਕੋਈ ਜ਼ਿਆਦਾ ਲੋੜ ਹੋਵੇ ਜੀ ਕਿਸੇ ਚੀਜ਼ ਦੇ ਬਾਰੇ ਡਿਟੇਲ ਲੈਣੀ ਹੈ ਜੀ, ਉਹ ਆਪਣੀ ਵੈਬਸਾਈਟ ਧਾਲੀਵਾਲ ਕਲਾਸਿਸ ਅਤੇ YouTube ਚੈਨਲ ਹੈ ਜੋ ਆਪਣਾ ਧਾਲੀਵਾਲ ਕਲਾਸਿਸ, ਉਸ 'ਤੇ ਜਾ ਸਕਦੇ ਹੋ, ਜਿਸ 'ਤੇ ਜਾ ਕੇ ਤੁਸੀਂ ਜੋ ਵੀ ਤੁਹਾਡੀ ਜਾਣਕਾਰੀ ਲੈਣਾ ਚਾਹੁੰਦੇ ਹੋ, ਜਿਸ ਤਰ੍ਹਾਂ ਦੀ ਵੀ, ਉਹ ਉੱਥੋਂ ਲੈ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਕਿ ਵਧੀਆ ਜੋ ਜਾਣਕਾਰੀ ਹੈ
ਪ੍ਰਵਾਸ ਵਾਲਾ ਚੈਪਟਰ ਹੈ ਕਾਫੀ ਘੱਟ ਮਿਲ ਰਿਹਾ, ਤਾਂ ਉਹ ਉਹਦੇ ਤੱਕ ਪਹੁੰਚ ਸਕੇ ਅਤੇ ਉਹ ਵੀ ਕੁਛ ਨਾ ਕੁਛ ਵਧੀਆ ਸਿੱਖ ਸਕੇ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਜਿਸ ਦੇ ਨਾਲ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਸਬਸਕ੍ਰਾਈਬ ਹੋਵੇਗਾ ਤਾਂ ਤੁਹਾਡੇ ਤੱਕ ਵੀਡੀਓ ਜਲਦੀ ਪਹੁੰਚ ਜਾਂਦੀ ਆ। ਵੇਟ ਕਰਨਾ ਜੀ ਅਗਲੀ ਵੀਡੀਓ ਦੀ। ਮਿਲਦੇ ਹਾਂ ਜੀ ਅਗਲਾ ਟੌਪਿਕ ਲੈ ਕੇ ਜੀ। ਧੰਨਵਾਦ ਜੀ।